ਤੇ ਜਦੋਂ ਪਹਿਲਾ ਝਟਕਾ ਤਾਂ ਉਦੋਂ ਲੱਗਿਆ ਜਦੋਂ ਮੁੱਖ ਮੰਤਰੀ ਸੀ ਗੁਜਰਾਤ ਦੇ। ਅਸੀਂ ਜ਼ਮੀਨ ਦੇ ਸਟਾਮ ਲਏ, ਰਜਿਸਟਰੀ ਹੋ ਗਈ, ਸਾਰਾ ਕੁਝ ਹੋ ਗਿਆ। ਜਦੋਂ ਆਪਾਂ ਇੰਤਕਾਲ ਦਰਜ ਕਰਾਉਂਦੇ ਪਟਵਾਰੀ ਤੋਂ ਤਾਂ ਉਹਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਤੁਸੀਂ ਤਾਂ ਬਾਹਰੀ ਲੋਕ ਹੋ। ਮੈਂ ਕਿਹਾ ਜੇ ਮੈਂ ਬਾਹਰੀ ਆ ਤਾਂ ਫਿਰ ਮੈਂ ਤਹਿਸੀਲਦਾਰ ਨੂੰ ਸਭ ਨੂੰ ਆਪਣਾ ਆਈ ਕਾਰਡ ਪੰਜਾਬ ਦਾ ਦਿਖਾਇਆ ਸੀਗਾ, ਤਾਂ ਤੁਸੀਂ ਮੇਰੀ ਰਜਿਸਟਰੀ ਕਿਉਂ ਕੀਤੀ, ਸਟਾਮ ਕਿਉਂ ਲਾਏ? ਫਿਰ ਮੈਨੂੰ ਪਤਾ ਲੱਗਿਆ ਮੇਰੇ ਵਾਂਗੂ ਹਜ਼ਾਰਾਂ ਕਿਸਾਨ ਇੱਦਾਂ ਫਸੇ ਹੋਏ ਨੇ। ਨਾ ਤਾਂ ਤੁਹਾਡੇ ਜ਼ਮੀਨ ਉਹ ਤੁਸੀਂ ਉਹ ਤੇ ਲੋਨ ਲੈ ਸਕਦੇ ਹੋ, ਨਾ ਲਿਮਿਟ ਬਣ ਸਕਦੀ ਹੈ, ਨਾ ਮੈਂ ਵੇਚ ਸਕਦਾ, ਕਿਉਂਕਿ ਕਾਗਜ਼ਾਂ 'ਚ ਮੈਂ ਹਲੇ ਤੱਕ ਉਹਦਾ ਮਾਲਕ ਹੀ ਨਹੀਂ ਹੈਗਾ। ਤੇ ਮੇਰੀ ਜ਼ਮੀਨ ਤੇ ਕੋਈ ਵੀ ਕਬਜ਼ਾ ਕਰ ਸਕਦਾ, ਕੋਈ ਵੀ ਕੁਝ ਕਰ ਸਕਦਾ। ਉਹ ਹਾਲਾਤ ਦੇਖ ਕੇ ਤਾਂ ਮਤਲਬ ਰੋਣਾ ਨਿਕਲਦਾ ਜਦੋਂ ਉਹ ਲੋਕ ਗਰੀਬ ਹਿੰਦੂਆਂ ਦੀ ਨਹੀਂ ਸੁਣਦੀ ਇਹ ਸਰਕਾਰ, ਜਿਹੜੀ ਕਹਿੰਦੀ ਅਸੀਂ ਰਾਸ਼ਟਰਵਾਦੀ ਆ ਜਾਂ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਤਾਂ ਹਿੰਦੂਆਂ ਦੇ ਤਾਂ ਸਭ ਤੋਂ ਵੱਡੇ ਦੁਸ਼ਮਣ ਨੇ ਇਹ। ਇਸੇ ਨੀਤੀ ਤੇ ਤਾਂ ਸ਼ੱਕ ਹੈ। ਹੁਣ ਕੇਂਦਰ ਸਰਕਾਰ ਕਹਿ ਰਹੀ ਹੈ, ਤੋਮਰ ਜੀ ਤੇ ਮੋਦੀ ਜੀ, MSP ਜਾਰੀ ਰਹੇਗਾ, MSP ਜਾਰੀ ਰਹੇਗਾ। ਹੁਣ ਮੈਂ ਇਹ ਪੁੱਛਦਾ ਵੀ ਜਦੋਂ ਗੁਜਰਾਤ 'ਚ ਨਹੀਂ ਹੈਗਾ ਲਾਗੂ, ਰਿਟਰਨ ਨਾਲ ਤਾਂ ਕੁਝ ਨਹੀਂ ਹੁੰਦਾ, ਮਿਲਦਾ ਤਾਂ ਹੈ ਨਹੀਂ ਨਾ ਕਿਸੇ ਨੂੰ। ਤਾਂ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਮੌਜੂਦ ਹਾਂ ਸਿੰਘੂ ਬਾਰਡਰ ਤੇ। ਸਿੰਘੂ ਬਾਰਡਰ ਤੇ ਪੱਕਾ ਮੋਰਚਾ ਕਿਸਾਨਾਂ ਦਾ ਲੱਗਿਆ ਹੋਇਆ ਹੈ ਅਤੇ ਸਾਨੂੰ ਇੱਥੇ ਹਰਜਿੰਦਰ ਸਿੰਘ ਨਾਮ ਦੇ ਕਿਸਾਨ ਮਿਲੇ ਨੇ, ਜਿਹੜੇ ਲੁਧਿਆਣਾ ਰਹਿੰਦੇ ਨੇ, ਪਰ ਗੁਜਰਾਤ ਦੇ ਵਿੱਚ ਇਹਨਾਂ ਨੇ ਖੇਤੀਬਾੜੀ ਕਰਨ ਦੇ ਲਈ ਆਪਣੀ ਜ਼ਮੀਨ ਲਈ ਹੋਈ ਹੈ। ਤੇ ਆਪਾਂ ਜਾਣਾਂਗੇ ਕਿ ਗੁਜਰਾਤ ਦੇ ਵਿੱਚ ਜਿਹੜਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੂਬਾ ਹੈ, ਉੱਥੇ ਖੇਤੀਬਾੜੀ ਦੇ ਹਾਲਾਤ ਕੀ ਨੇ। ਹਰਜਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਸਤਿ ਸ਼੍ਰੀ ਅਕਾਲ। ਸੋ ਗੁਜਰਾਤ ਦੇ ਵਿੱਚ ਤੁਸੀਂ ਕਿੰਨੀ ਕੁ ਜ਼ਮੀਨ ਲਈ ਹੋਈ ਹੈ, ਕਦੋਂ ਤੋਂ ਤੁਸੀਂ ਉੱਥੇ ਖੇਤੀਬਾੜੀ ਕਰਦੇ ਹੋ, ਇਹ ਦੱਸੋ ਪਹਿਲਾਂ। ਜ਼ਮੀਨ ਤਾਂ ਜੀ ਉੱਥੇ ਸਾਡੀ ਤਕਰੀਬਨ 40-50 ਏਕੜ ਹੈਗੀ ਹੈ, ਰਲ ਕੇ ਅਸੀਂ ਮਤਲਬ ਲਈ ਸੀਗੀ ਸਾਡੇ ਰਿਸ਼ਤੇਦਾਰ ਦੇ ਨਾਲ। ਤੇ ਅਸੀਂ ਜ਼ਮੀਨ ਲਈ ਸੀ ਉੱਥੇ 2009-10 ਦੇ ਵਿੱਚ। ਤੇ ਸਭ ਕੀ ਸੋਚ ਕੇ ਤੁਸੀਂ ਲਈ ਇੱਥੇ, ਪੰਜਾਬ ਨਾਲੋਂ ਬੈਟਰ ਉੱਥੇ ਹੈ? ਹਾਂਜੀ, ਸਾਡਾ ਨਾਲ ਨਾ ਜੀ ਥੋੜਾ ਜਿਹਾ ਟਰੱਕਾਂ ਦਾ ਵੀ ਸੀਗਾ, ਤਾਂ ਅਸੀਂ ਜਾਂਦੇ ਰਹਿੰਦੇ ਸੀ ਗੁਜਰਾਤ। ਤੇ ਉੱਥੇ ਰੋਡਾਂ ਵਗੈਰਾ ਦੇਖ ਕੇ ਤੇ ਮੋਦੀ ਬਾਰੇ ਸੁਣ ਕੇ ਵੀ ਮਾਡਲ ਸੁਣਿਆ ਸੀ ਜੀ, ਮੋਦੀ ਜੀ ਬਹੁਤ ਵਧੀਆ ਕੰਮ ਕਰ ਰਹੇ ਆ, ਇਹ ਕਰ ਰਿਹਾ, ਉਹ ਕਰ ਰਹੇ ਆ। ਤੇ ਇਹ ਸੋਚ ਕੇ ਅਸੀਂ ਜ਼ਮੀਨ ਲਈ ਸੀ ਵੀ ਸ਼ਾਇਦ ਉੱਥੇ ਬਹੁਤ, ਨਾਲੇ ਹਰੇਕ ਕਿਸਾਨ ਦਾ ਇੱਥੇ ਹੁੰਦਾ ਸੁਪਨਾ ਵੀ ਵੱਧ ਜ਼ਮੀਨ ਹੋਵੇ, ਕਿਉਂਕਿ ਪੰਜਾਬ 'ਚ ਜ਼ਮੀਨਾਂ ਦਾ ਸਾਈਜ਼ ਬਹੁਤ ਛੋਟਾ ਹੈ, ਤੁਹਾਨੂੰ ਪਤਾ। ਤੇ ਉਹ ਘੱਟ ਜ਼ਮੀਨ ਕਰਕੇ ਬੰਦਾ ਕਹਿੰਦਾ ਉੱਥੇ ਲੈ ਲਓ। ਤੇ ਬਾਕੀ ਜਿਵੇਂ ਦੱਸਿਆ, ਉੱਥੇ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਪੰਜਾਬੀ ਆਪਣੇ ਗਏ ਸੀ ਉਹ ਸਨ 65 ਦੇ ਵਿੱਚ ਗਏ ਸੀਗੇ। 65 ਦੀ ਲੜਾਈ ਦੇ ਵਿੱਚ ਇੱਕ CM ਸੀਗਾ ਗੁਜਰਾਤ ਦਾ ਮੌਜੂਦਾ, ਉਹਨਾਂ ਦੀ ਡੈਥ ਹੋ ਗਈ ਸੀ, ਉਹ ਮਾਰਿਆ ਗਿਆ ਸੀਗਾ ਪਾਕਿਸਤਾਨ ਦੀ ਏਅਰਫੋਰਸ ਵੱਲੋਂ। ਤਾਂ ਹੁਣ ਉਧਰ ਇੰਨੀ ਜ਼ਿਆਦਾ ਗੁਜਰਾਤ ਦੇ ਲੋਕ ਸ਼ਾਂਤਮਈ ਨੇ ਤੇ ਉਹਨਾਂ ਦੇ ਵਿੱਚ ਇੰਨਾ ਮਤਲਬ ਜੁਝਾਰੂਪਨ ਨਹੀਂ ਹੈਗਾ। ਤੇ ਉੱਥੇ ਦਾ ਜਿੰਨਾ ਪੋਲੀਟੀਕਲ ਤਬਕਾ ਸੀਗਾ ਉਹ ਇੱਥੇ ਆ ਗਿਆ ਸੀ ਦਿੱਲੀ ਲਾਲ ਬਹਾਦਰ ਸ਼ਾਸਤਰੀ ਕੋਲ ਹੈਲਪ ਮੰਗਣ ਵਾਸਤੇ ਵੀ ਭਾਈ ਉੱਥੋਂ ਸਾਨੂੰ ਪਾਕਿਸਤਾਨ ਤੋਂ ਡਰ ਲੱਗਦਾ, ਕੋਈ ਤਾਰ ਨਹੀਂ, ਕੁਛ ਨਹੀਂ, ਕੋਈ ਦਲਦਲੀ ਏਰੀਆ ਕੱਛ ਦਾ ਨਾਲ ਬਾਰਡਰ ਤੇ ਵੀ ਤੁਸੀਂ ਸਾਡਾ ਕੋਈ ਇੰਤਜ਼ਾਮ ਕਰੋ। ਉਹ ਕਾਫੀ ਦਿਨ ਇੱਥੇ ਬੈਠੇ ਤਾਂ ਸ਼ਾਸਤਰੀ ਜੀ ਨੇ ਉਹਨਾਂ ਨੂੰ ਇੱਕੋ ਸੁਝਾਅ ਦਿੱਤਾ ਕਿ ਮੈਂ ਇੱਕੋ ਕੰਮ ਕਰ ਸਕਦਾ, ਜਿਹੜੇ ਸਿੱਖ ਫੌਜੀ ਨੇ ਜਿਨ੍ਹਾਂ ਨੇ ਲੜਾਈਆਂ ਲੜੀਆਂ ਨੇ, ਨਾਲੇ ਤਾਂ ਉਹ ਕਿਸਾਨ ਵੀ ਨੇ, ਉਹਨਾਂ ਨੂੰ ਮੈਂ ਉੱਥੇ ਭੇਜ ਸਕਦਾ, ਉਹਨਾਂ ਨੂੰ ਸੈਟਲ ਕਰ ਸਕਦਾ। ਤੁਹਾਡੀ ਇੱਕ ਤਾਂ ਰੱਖਿਆ ਵੀ ਕਰਨਗੇ ਪਾਕਿਸਤਾਨ ਤੋਂ, ਨਾਲੇ ਜਿਹੜੀ ਤੁਹਾਡੀ ਬੰਜਰ ਜ਼ਮੀਨ ਪਈ ਹੈ ਵਧੀਆ ਕਿਸਾਨ ਨੇ ਉਹਨੂੰ ਆਬਾਦ ਕਰਨਗੇ। ਤਾਂ ਉਹ ਝਟਪਟ ਮੰਨ ਗਏ, ਉਹ ਕਹਿੰਦੇ ਜਿੰਨੀ ਜ਼ਮੀਨ ਚਾਹੀਦੀ ਹੈ ਲੈ ਲਓ। ਤੇ ਫਿਰ ਉਹਨਾਂ ਨੇ ਕਾਫੀ ਕਈ ਹਜ਼ਾਰ ਫੌਜੀਆਂ ਨੂੰ ਉੱਥੇ ਜ਼ਮੀਨ ਅਲਾਟ ਕੀਤੀ ਕੱਛ ਭੁੱਜ ਦੇ ਡਿਸਟ੍ਰਿਕਟ ਦੇ ਵਿੱਚ ਸਨ 65 ਤੋਂ ਬਾਅਦ 66-67 ਦੇ ਵਿੱਚ। ਸਿੱਖ ਫੌਜੀਆਂ? ਹਾਂਜੀ, ਜ਼ਿਆਦਾ ਸਿੱਖ ਫੌਜੀ ਸੀਗੇ, ਕੁਝ ਹਰਿਆਣੇ ਦੇ ਵੀ, ਜਿਹੜਾ ਟੋਟਲ ਕਿਉਂਕਿ ਉਸ ਟਾਈਮ ਪੰਜਾਬ ਸੀ 65 ਵੇਲੇ, ਤਾਂ ਉਹਦੇ 'ਚ ਜ਼ਿਆਦਾ ਪਰ ਮਤਲਬ ਆਪਣੇ ਮੌਜੂਦਾ ਪੰਜਾਬ ਦੇ ਸੀਗੇ। ਮਤਲਬ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਪੰਜਾਬੀ ਨੇ ਜਿਹੜੇ ਵਸੇ ਹੋਏ ਨੇ? ਹਾਂਜੀ ਹਾਂਜੀ। ਤੇ ਉਹ ਜਦੋਂ ਉਹਨਾਂ ਨੇ ਉੱਥੇ ਜਾ ਕੇ ਖੇਤੀ ਕੀਤੀ, ਹੁਣ ਇਕੱਲਾ ਬੰਦਾ ਤਾਂ ਖੇਤੀ ਕਰ ਨਹੀਂ ਸਕਦਾ, ਉਹਦਾ ਕੁੜਮ ਕਬੀਲਾ ਵੀ ਉੱਥੇ ਆਊਗਾ, ਪਿੰਡ ਵਾਲੇ ਕੋਈ ਰਿਸ਼ਤੇਦਾਰ ਵੀ ਆਉਣਗੇ। ਤੇ ਇਹੀ ਕੁਝ ਉੱਥੇ ਅਸੀਂ ਕਹਾਣੀਆਂ ਸੁਣ ਕੇ ਮਤਲਬ ਉੱਥੇ ਪਹੁੰਚੇ। ਤੇ ਜਦੋਂ ਪਹਿਲਾ ਝਟਕਾ ਤਾਂ ਉਦੋਂ ਲੱਗਿਆ ਜਦੋਂ ਮੁੱਖ ਮੰਤਰੀ ਸੀ ਗੁਜਰਾਤ ਦੇ। ਅਸੀਂ ਜ਼ਮੀਨ ਦੇ ਸਟਾਮ ਲਏ, ਰਜਿਸਟਰੀ ਹੋ ਗਈ, ਸਾਰਾ ਕੁਝ ਹੋ ਗਿਆ। ਜਦੋਂ ਆਪਾਂ ਇੰਤਕਾਲ ਦਰਜ ਕਰਾਉਂਦੇ ਪਟਵਾਰੀ ਤੋਂ ਤਾਂ ਉਹਨੇ ਇਨਕਾਰ ਕਰ ਦਿੱਤਾ। ਉਹ ਕਹਿੰਦਾ ਤੁਸੀਂ ਤਾਂ ਬਾਹਰੀ ਲੋਕ ਹੋ। ਮੈਂ ਕਿਹਾ ਜੇ ਮੈਂ ਬਾਹਰੀ ਆ ਤਾਂ ਫਿਰ ਮੈਂ ਤਹਿਸੀਲਦਾਰ ਨੂੰ ਸਭ ਨੂੰ ਆਪਣਾ ਆਈ ਕਾਰਡ ਪੰਜਾਬ ਦਾ ਦਿਖਾਇਆ ਸੀਗਾ, ਤਾਂ ਤੁਸੀਂ ਮੇਰੀ ਰਜਿਸਟਰੀ ਕਿਉਂ ਕੀਤੀ, ਸਟਾਮ ਕਿਉਂ ਲਾਏ? ਤੇ ਇੱਥੇ ਜਿਹੜੇ ਇੰਨੇ ਲੋਕ ਸਾਡੇ ਪਹਿਲਾਂ ਦੇ ਫੌਜੀ ਵੀਰ ਬੈਠੇ ਨੇ, ਖੇਤੀ ਕਰਦੇ ਆ, ਤੁਹਾਡੀ ਰੱਖਿਆ ਕੀਤੀ, ਉਹਨਾਂ ਦੀ ਵੀ ਤਾਂ ਕੀਤੀ ਹੈ। ਤੁਸੀਂ ਕਹਿੰਦਾ ਨਹੀਂ ਜੀ ਹੁਣ ਅਸੀਂ ਬੰਦ ਕਰ ਦਿੱਤੀ ਆ। ਤੇ ਮੈਂ ਕਿਹਾ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਫਿਰ ਮੈਨੂੰ ਪਤਾ ਲੱਗਿਆ ਮੇਰੇ ਵਾਂਗੂ ਹਜ਼ਾਰਾਂ ਕਿਸਾਨ ਇੱਦਾਂ ਫਸੇ ਹੋਏ ਨੇ। 2009 ਦੀ ਗੱਲ ਹੈ? ਹਾਂ, ਮੈਂ 2009-10 ਦੀ ਗੱਲ ਕਰਦਾ, ਪਰ ਉਸ ਤੋਂ ਪਹਿਲਾਂ ਵੀ ਵਿਚਾਰੇ ਕਈ ਆਏ ਸੀ ਜੋ ਸਾਨੂੰ ਨਹੀਂ ਪਤਾ ਲੱਗਦਾ। ਉਸ ਤੋਂ ਬਾਅਦ 'ਚ ਵੀ ਕਈ ਲੋਕ ਫਸ ਗਏ, ਕਿਉਂਕਿ ਡੀਲਰ ਵਗੈਰਾ ਬੰਦੇ ਨੂੰ ਫਸਾਉਂਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ। ਤੇ ਉਸ ਤੋਂ ਬਾਅਦ ਉਹਦਾ ਇਹ ਚੱਕਰ ਹੈਗਾ ਕਿ ਨਾ ਤਾਂ ਤੁਹਾਡੇ ਜ਼ਮੀਨ ਉਹ ਤੁਸੀਂ ਉਹ ਤੇ ਲੋਨ ਲੈ ਸਕਦੇ ਹੋ, ਨਾ ਲਿਮਿਟ ਬਣ ਸਕਦੀ ਹੈ, ਨਾ ਮੈਂ ਵੇਚ ਸਕਦਾ, ਕਿਉਂਕਿ ਕਾਗਜ਼ਾਂ 'ਚ ਮੈਂ ਹਲੇ ਤੱਕ ਉਹਦਾ ਮਾਲਕ ਹੀ ਨਹੀਂ ਹੈਗਾ।
ਹੁਣ ਤੱਕ ਹਾਂਜੀ, ਸਰਕਾਰੀ ਰਿਕਾਰਡ 'ਚੋਂ ਪੁਰਾਣਾ ਜੀ ਤੋਂ ਲਈ ਸੀ, ਉਹਦੇ ਨਾਮ ਬੋਲਦੀ ਹੈ ਜ਼ਮੀਨ, ਤੇ ਮੇਰੀ ਜ਼ਮੀਨ ਤੇ ਕੋਈ ਵੀ ਕਬਜ਼ਾ ਕਰ ਸਕਦਾ, ਕੋਈ ਵੀ ਕੁਝ ਕਰ ਸਕਦਾ ਉੱਥੇ। ਕਿੰਨਾ ਪੈਸਾ ਤੁਸੀਂ ਇਨਵੈਸਟ ਕਰ ਚੁੱਕੇ ਹੋ? ਪੈਸਾ ਤਾਂ ਜੀ ਲੱਖਾਂ ਵਿੱਚ ਬਸ ਦੱਸ ਹੀ ਨਹੀਂ ਸਕਦੇ ਤੁਹਾਨੂੰ, ਮਤਲਬ ਵੀ ਇੰਨਾ ਜ਼ਿਆਦਾ ਅਸੀਂ ਬਰਬਾਦ ਕਰ ਚੁੱਕੇ ਹਾਂ ਪੈਸਾ। ਚਲੋ ਸਾਡੇ ਬਜ਼ੁਰਗਾਂ ਵਗੈਰਾ ਟਰੱਕਾਂ ਟਰੁੱਕਾਂ ਦੀ ਕਮਾਈ ਨਾਲ ਥੋੜੀ ਮਿਹਨਤ ਕੀਤੀ ਸੀ, ਸਾਰਾ ਹੀ ਜਾੜਿਆ ਜੀ ਅਸੀਂ ਉੱਥੇ। ਸਹੀ ਗੱਲ ਤੁਹਾਨੂੰ ਦੱਸਾਂ ਮੈਂ। ਨਹੀਂ ਫਿਰ ਉੱਥੇ ਹੁਣ ਖੇਤੀਬਾੜੀ, ਜਿਹੜੇ ਖੇਤ ਹੈਗੇ ਨੇ ਤੁਹਾਡੇ ਨਾਮ ਤੇ ਹਜੇ ਜ਼ਮੀਨ ਚੜੀ ਨਹੀਂ ਹੈ, ਖੇਤੀਬਾੜੀ ਉੱਥੇ ਫਿਰ ਕੌਣ ਕਰਦਾ ਹੁਣ ਤੁਹਾਡੇ ਖੇਤਾਂ 'ਚ? ਤੁਸੀਂ ਕਰਦੇ ਹੋ? ਕੀ ਹਾਲਾਤ ਨੇ? ਹਾਂਜੀ, ਖੇਤੀਬਾੜੀ ਤਾਂ ਹੁਣ ਅਸੀਂ ਉੱਥੇ ਛੱਡਤੀ ਹੈ ਜੀ, ਕਿਉਂਕਿ ਬਹੁਤ ਪੈਸਾ ਲਾਈ ਗਏ ਕੋਲੋਂ ਲਾਈ ਗਏ, ਤਾਂ ਇੱਕ ਲਿਮਿਟ ਹੁੰਦੀ ਹੈ। ਤਾਂ ਉਹ ਸਾਰਾ ਕੁਝ ਅਸੀਂ ਖਰਾਬ ਕਰਕੇ, ਮਤਲਬ ਹੁਣ ਸਾਡੇ ਕੋਲ ਨਹੀਂ ਜਦੋਂ ਪੈਸਾ ਇਨਵੈਸਟਮੈਂਟ ਵਾਸਤੇ ਬਚਿਆ, ਤਾਂ ਅਸੀਂ ਜ਼ਮੀਨ ਉੱਦਾਂ ਹੀ ਛੱਡ ਦਿੱਤੀ ਹੈ। ਹੁਣ ਕੋਸ਼ਿਸ਼ ਕਰ ਰਹੇ ਹਾਂ ਕਿਸੇ ਭਾਅ ਵਿਕ ਜਵੇ, ਪਰ ਉਹ ਵਿਕ ਨਹੀਂ ਰਹੀ ਕਿਉਂਕਿ ਹਾਲਾਤ ਬਹੁਤ ਉੱਥੇ ਖਰਾਬ ਨੇ। ਹੈ ਸੀ ਮਤਲਬ ਏਕੜ ਕਿਹੜੇ ਭਾਅ ਨੂੰ ਸੀ ਉੱਥੇ ਤੁਸੀਂ ਖਰੀਦੀ? ਹਾਂ, ਜ਼ਮੀਨਾਂ ਤਾਂ ਉੱਥੇ ਮਤਲਬ ਕਹਿ ਲਓ ਵੀ ਲੱਖ ਰੁਪਏ ਨੂੰ ਏਕੜ ਜਾਂ 70,000 ਨੂੰ ਏਕੜ ਮਿਲ ਜਾਂਦਾ ਸੀਗਾ। ਪਰ ਮੇਨ ਜਿਹੜਾ ਤੁਹਾਨੂੰ ਬਾਅਦ ਚ ਪਤਾ ਲੱਗਦਾ ਸੀ, ਇੱਕ ਟਿਊਬਵੈਲ ਲਵਾਉਣ ਖਾਤਰ ਸਾਡਾ 8 ਤੋਂ 10 ਲੱਖ ਖਰਚਾ ਆ ਗਿਆ। ਇੱਕ ਟਿਊਬਵੈਲ ਖੇਤੀਬਾੜੀ ਦਾ 2.5-3 ਲੱਖ ਤਾਂ ਅਸੀਂ ਰਿਸ਼ਵਤ ਦਿੱਤੀ ਇੱਕ ਕਨੈਕਸ਼ਨ ਦੀ। ਜਿਹੜੇ ਉਹ ਕਹਿੰਦੇ ਨੇ ਸਾਡੇ ਕੋਲ ਬਿਜਲੀ ਵਾਧੂ ਆ ਤੇ ਸਾਰਾ ਕੁਝ ਵਾਧੂ ਆ, ਇਹ ਉੱਥੇ ਦੇ ਜ਼ਮੀਨੀ ਹਾਲਾਤ ਨੇ। ਫਿਰ ਉੱਥੇ ਡੀਜ਼ਲ ਇੰਨਾ ਮਹਿੰਗਾ ਹੈ, ਡੀਜ਼ਲ ਹਾਲਾਂਕਿ ਉੱਥੇ 4-5 ਰੁਪਏ ਲੀਟਰ ਇੱਥੇ ਨਾਲੋਂ ਸਸਤਾ ਹੋਣਾ ਚਾਹੀਦਾ, ਪਰ ਕਿਉਂਕਿ ਉੱਥੋਂ ਹੀ ਡੀਜ਼ਲ ਆਉਂਦਾ, ਰਿਫਾਈਨਰੀਆਂ ਸਾਰੀਆਂ ਉੱਥੇ ਨੇ, ਪਰ ਇੱਧਰ ਨਾਲੋਂ ਵੀ 4-5 ਰੁਪਏ ਲੀਟਰ ਮਹਿੰਗਾ ਡੀਜ਼ਲ ਆ ਉੱਥੇ। ਤੇ ਪਹਿਲਾਂ ਉੱਥੇ ਮਾਰ ਖਾ ਗਏ, ਫਿਰ ਕਨੈਕਸ਼ਨਾਂ 'ਚ ਮਾਰ ਖਾ ਗਏ, ਫਿਰ ਉੱਥੇ ਬਿਜਲੀ ਦਾ ਬਿੱਲ ਪੰਜਾਬ ਵਗੈਰਾ 'ਚ ਤਾਂ ਫ੍ਰੀ ਹੈ, ਉੱਥੇ ਬਿਜਲੀ ਦਾ ਬਿੱਲ ਹੀ ਬਹੁਤ ਜ਼ਿਆਦਾ ਖੇਤੀਬਾੜੀ ਦਾ। ਨਾਰਮਲ ਕਿਸਾਨਾਂ ਤੋਂ ਤਾਂ ਉਹ ਭਾਰੇ ਨਹੀਂ ਹੁੰਦਾ। ਜਿਹੜੇ ਕੇਵਲ ਵੱਡੇ ਵੱਡੇ ਉੱਥੇ ਵਪਾਰੀ ਨੇ ਨਾ ਗੁਜਰਾਤ ਦੇ, ਉਹਨਾਂ ਨੇ 1000 500 ਕਿੱਲੇ ਦੇ ਲਈ ਵੀ ਹੈ ਜ਼ਮੀਨਾਂ, ਉਹ ਲੋਕ ਹੀ ਇਕੱਲਾ ਮੈਨੇਜ ਕਰਦੇ। ਜਿਹੜਾ ਆਮ 50-100 ਜਿਹੜਾ ਉਰੇ ਪੰਜਾਬ 'ਚ 5 ਕਿੱਲੇ ਵਾਲਾ ਨਾ, ਉਹ ਉੱਥੇ ਦੇ 100 ਕਿੱਲੇ ਵਾਲੇ ਦੇ ਬਰਾਬਰ ਆ। ਹੁਣ ਵੀ ਮੈਂ ਆਪਣੇ ਉੱਥੇ ਜਿਹੜੇ ਦੋਸਤ ਨਾਲ ਗੱਲ ਕੀਤੀ, ਮੈਂ ਕਿਹਾ ਤੁਸੀਂ ਮੋਰਚੇ ਤੇ ਆਓ, ਤੇ ਇਹ ਹਾਲਾਤ ਨੇ 50-50 ਕਿੱਲੇ ਵਾਲੇ ਕੋਲ, ਵਿਚਾਰਿਆਂ ਕੋਲ ਸਕੂਟਰ 'ਚ ਪਾਉਣ ਨੂੰ, ਤੇਲ ਪਾਉਣ ਨੂੰ ਪੈਸੇ ਨਹੀਂ ਗਏ। ਜਿਹੜੇ ਮਤਲਬ ਉੱਥੋਂ ਗੁਜਰਾਤ ਦੇ ਜਿਹੜੇ ਕਿਸਾਨ ਨੇ, ਉਹਨਾਂ ਦੀ ਗੱਲ ਕਰਦੇ ਹੋ ਕਿ ਜਿਹੜੇ ਪੰਜਾਬ ਦੇ ਨੇ ਉੱਥੇ ਜ਼ਮੀਨ ਲਈ ਹੈ, ਕਿਹਨਾਂ ਦੀ, ਜਾਂ ਸਾਰੇ ਕਿਸਾਨਾਂ ਦੀ ਹਾਲਾਤ ਉੱਥੇ ਗੱਲ ਕਰ? ਹਾਂ, ਜਿਹੜੇ ਸਾਰੇ ਉੱਥੇ ਛੋਟੇ ਕਿਸਾਨ ਆ, ਸਭ ਦੀ ਉਹ ਇਹ ਹਾਲਤ ਹੈ ਉੱਥੇ, ਬਿਲਕੁਲ ਇਹੀ ਹਾਲਤ ਹੈ। ਪਰ ਮੈਂ ਸਪੈਸ਼ਲ ਜ਼ਿਆਦਾ ਕਰੂੰਗਾ ਕਿ ਸਮੱਸਿਆ ਕੀ ਹੈ, ਮਤਲਬ ਨੀਤੀਆਂ ਉੱਥੇ ਇੰਨੀਆਂ ਮਾੜੀਆਂ ਨੇ ਗੁਜਰਾਤ ਦੇ ਵਿੱਚ, ਜਾਂ ਫਿਰ ਜ਼ਮੀਨਾਂ ਦੇ ਭਾਅ ਜਿਹੜੇ ਨੇ ਉਹ ਬਹੁਤ ਸਸਤੇ ਨੇ, ਕੀ ਹੈ? ਹਾਂਜੀ, ਇੱਕ ਤਾਂ ਜਿਹੜੀ ਉੱਥੇ ਖੇਤੀ ਜਿਵੇਂ ਕਰਨੀ ਹੈਗੀ ਹੈ, ਥੋੜਾ ਵਾਟਰ ਟੇਬਲ ਵੀ ਨੀਵਾਂ ਹੈਗਾ, ਪਾਣੀ ਦੀ ਵੀ ਥੋੜੀ ਦਿੱਕਤ ਹੈ, ਇਰੀਗੇਸ਼ਨ ਸਿਸਟਮ ਮਤਲਬ ਸਹੀ ਨਹੀਂ ਹੈਗਾ ਉੱਥੇ। ਤੇ ਦੂਸਰੀ ਗੱਲ ਤੁਹਾਨੂੰ ਦੱਸਿਆ ਵੀ ਪਾਣੀ ਥੋੜਾ ਡੂੰਘਾ, ਵੀ ਮੋਟਰਾਂ ਵੱਡੀਆਂ ਲਾਉਣੀਆਂ, ਤੇ ਬਿਜਲੀ ਦਾ ਬਿੱਲ ਬਹੁਤ ਜ਼ਿਆਦਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਥੇ ਕਰਨਾ ਹੈ ਉਹ ਹੈਗਾ ਕਿ ਉੱਥੇ ਮੰਡੀਕਰਨ ਨਹੀਂਗਾ। ਜਿਹੜਾ ਸਾਡਾ ਕੱਛ ਭੁੱਜ ਦਾ ਡਿਸਟ੍ਰਿਕਟ ਹੈ ਉੱਥੇ, ਉਹ ਏਰੀਆ ਵਾਈਜ਼ ਹਰਿਆਣੇ ਪੰਜਾਬ ਜਿੱਡਾ ਹੈ, ਹਰਿਆਣੇ ਜਿੱਡਾ ਮਤਲਬ ਇੱਕ ਡਿਸਟ੍ਰਿਕਟ ਹੈ, ਉੱਥੇ ਕੁੱਲ 5-4 ਮੰਡੀਆਂ ਨੇ APMC ਦੀਆਂ। ਏਡੀ ਵੱਡੀ ਜਗ੍ਹਾ 'ਚ 5-4 ਮੰਡੀਆਂ ਨੇ, ਔਰ ਉੱਥੇ ਜਿਹੜੀਆਂ ਨਾਰਮਲ ਫਸਲਾਂ ਨੇ, ਕਣਕ ਵਗੈਰਾ, ਉਹ ਲੰਦੇ ਹੀ ਨਹੀਂ ਹੈਗੇ। ਜੇ ਜਿਵੇਂ ਮੰਨ ਲਓ ਮੇਰੇ ਦੋਸਤ ਦੀ ਬਾਜਰੇ ਦੀਆਂ ਜਿਵੇਂ ਪਈਆਂ ਸੀ ਬੋਰੀਆਂ, ਕੱਲ ਉਹਦਾ ਫੋਨ ਆਇਆ, ਉਹਦੇ ਕੋਲ 100 ਬੋਰੀ ਪਈ ਸੀ, ਮੰਡੀ 'ਚ ਬੜੀ ਮੁਸ਼ਕਲ ਨਾਲ ਉਹਨੇ 20 ਕੁ ਬੋਰੀਆਂ ਵਿਕੀਆਂ, ਬਾਕੀ 80 ਬੋਰੀਆਂ ਉਹਨੇ ਵਿਚਾਰੇ ਨੇ ਅੱਧੇ ਰੇਟ ਦੇ ਵਿੱਚ ਵਪਾਰੀ ਨੂੰ ਚੁਕਾਈਆਂ ਨੇ। ਕੱਲ ਪਰਸੋਂ ਦੀ ਗੱਲ ਮੈਂ ਦੱਸ ਰਿਹਾ ਤੁਹਾਨੂੰ, ਉਹਨੇ ਘਰੇ ਰੱਖਿਆ ਹੋਇਆ ਸੀਗਾ। ਹਾਂਜੀ, ਠੀਕ ਹੈ, ਮਤਲਬ ਉੱਥੇ ਕਿਸਾਨਾਂ ਦੇ ਬਹੁਤ ਮੰਦੇ ਹਾਲਾਤ ਨੇ ਗੁਜਰਾਤ ਦੇ ਵਿੱਚ, ਇਹ ਆਪਾਂ ਕਹਿ ਸਕਦੇ। ਤੁਸੀਂ ਕਿਹਾ ਪੰਜਾਬ ਦੇ 5 ਕਿੱਲੇ, ਉੱਥੋਂ ਦੇ 100 ਕਿੱਲੇ, ਬਹੁਤ ਜ਼ਿਆਦਾ ਵੱਡਾ ਫਰਕ ਹੈ। ਤਾਂ ਤੇ ਉਹਨਾਂ ਦੇ ਆਰਥਿਕ ਹਾਲਾਤ, ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ, ਉਹ ਕੀ ਹਾਲਾਤ ਨੇ? ਉੱਥੇ ਪੜ੍ਹਾਈ ਵੀ ਬਹੁਤ ਮੁਸ਼ਕਿਲ ਆ। ਉਹ ਵੱਡੇ ਸ਼ਹਿਰ ਦੇ ਵਿੱਚ ਭੇਜਦੇ ਆ, ਜਾਂ ਕੁਝ ਆਪਣੇ ਬੱਚਿਆਂ ਨੂੰ ਪੰਜਾਬ ਛੱਡ ਕੇ ਜਾਂਦੇ ਆ। ਉੱਥੇ ਮਤਲਬ ਗੁਰਦੁਆਰਾ ਸਾਹਿਬ ਵੀ ਬਣਿਆ ਸੀ, ਨਾਲ ਸਕੂਲ ਵੀ ਬਣਿਆ ਸੀਗਾ, ਪਰ ਇੰਨੀ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਉੱਥੇ ਸਾਡੇ ਕੋਲੋਂ, ਉੱਥੇ ਦੀ ਸੰਸਥਾ ਕੋਲੋਂ ਮਤਲਬ ਸਕੂਲ ਨਹੀਂ ਚੱਲ ਸਕਿਆ। ਉਹਨਾਂ ਨੇ ਹੁਣ ਲੋਕਲ ਬੰਦੇ ਨੂੰ ਉੱਥੇ ਠੇਕੇ ਤੇ ਦੇਤਾ ਸਕੂਲ। ਜਿਹੜਾ ਗੁਰੂ ਨਾਨਕ ਪਬਲਿਕ ਸਕੂਲ ਉੱਥੇ ਬਣਿਆ ਸੀਗਾ, ਉਹ ਵੀ ਨਹੀਂ ਚੱਲ ਸਕਿਆ। ਇੰਨੇ ਮਤਲਬ 100-100 ਕਿੱਲੇ ਵਾਲੇ ਜ਼ਿਮੀਂਦਾਰ ਹੋਣ ਤੇ ਕਰਕੇ ਇੰਨੀ ਪਾਲਿਸੀ ਮੜੇ, ਕਿਉਂਕਿ MSP ਨਹੀਂ ਮਿਲਦਾ ਉੱਥੇ। ਹੁਣ ਸਰਕਾਰ MSP ਉੱਥੇ ਲਾਗੂ ਹੀ ਨਹੀਂ ਹੈਗਾ। APMC ਮੰਡੀਆਂ ਨਹੀਂ ਹੈਗੀਆਂ, MSP ਹੈ ਹੀ ਨਹੀਂ, ਮਤਲਬ ਤਾਂ ਹੀ ਜਿਹੜਾ ਹੁਣ ਤੁਸੀਂ ਵਿਰੋਧ ਕਰ ਰਹੇ ਹੋ, ਇਸੇ ਕਰਕੇ ਇਸ ਵਿਰੋਧ ਦੇ ਵਿੱਚ ਤੁਸੀਂ ਸ਼ਾਮਿਲ ਹੋ। ਹਾਂਜੀ, ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਉੱਥੇ ਤਕਰੀਬਨ ਤੁਹਾਨੂੰ 50 ਤੋਂ 40 ਤੋਂ 50% ਰੇਟ ਘੱਟ ਮਿਲਦਾ। ਹੁਣ ਇਹ ਰੌਲਾ ਤਾਂ ਪਾਉਂਦੇ ਆ, ਸਾਨੂੰ ਇਸੇ ਨੀਤੀ ਤੇ ਤਾਂ ਸ਼ੱਕ ਹੈ। ਹੁਣ ਕੇਂਦਰ ਸਰਕਾਰ ਕਹਿ ਰਹੀ ਹੈ, ਤੋਮਰ ਜੀ ਤੇ ਮੋਦੀ ਜੀ, MSP ਜਾਰੀ ਰਹੇਗਾ, MSP ਜਾਰੀ ਰਹੇਗਾ। ਹੁਣ ਮੈਂ ਇਹ ਪੁੱਛਦਾ ਵੀ ਜਦੋਂ ਗੁਜਰਾਤ 'ਚ ਨਹੀਂ ਹੈਗਾ ਲਾਗੂ, ਰਿਟਰਨ ਨਾਲ ਤਾਂ ਕੁਝ ਨਹੀਂ ਹੁੰਦਾ, ਮਿਲਦਾ ਤਾਂ ਹੈ ਨਹੀਂ ਨਾ ਕਿਸੇ ਨੂੰ। ਹੁਣ ਜੇ ਕਣਕ ਦਾ ਰੇਟ ਉਰੇ 1900 ਰੁਪਏ ਮਿਲਦਾ, ਉੱਥੇ 1300 ਨੂੰ ਵੇਚੀ ਹੈ ਕਣਕ ਲੋਕਾਂ ਨੇ। ਇਦਾਂ ਹੀ ਨਰਮਾ ਹੈਗਾ, ਨਰਮਾ ਘੱਟੋ ਘੱਟ 1200-1300 ਰੁਪਏ ਕੁਇੰਟਲ ਘੱਟ ਵੇਚਿਆ ਹੈਗਾ। ਹਰ ਚੀਜ਼ ਦੇ ਵਿੱਚ ਫਰਕ ਹੈ। ਫਿਰ ਇਹ ਕਹਿੰਦੇ ਡਾਈਵਰਸੀਫਾਈ ਕਰੋ ਪੂਰੇ ਇੰਡੀਆ 'ਚ, ਕਹਿ ਰਹੇ ਨਾ ਖੇਤੀ ਤੋਂ ਜੀ, ਕਣਕ ਜੇ ਚੱਕਰ ਛੱਡੋ ਖੇਤੀ ਦਾ, ਦੂਜੀਆਂ ਫਲ ਵੱਲ ਜਾਓ, ਸਬਜ਼ੀਆਂ ਵੱਲ ਜਾਓ। ਉੱਥੇ ਸਾਡੇ ਅਨਾਰ ਲਾਇਆ ਲੋਕਾਂ ਨੇ, ਆਪਣੇ ਪੰਜਾਬ ਦੇ ਲੋਕਾਂ ਨੇ ਵੀ ਬਹੁਤ ਲਾਇਆ, ਲੋਕਲ ਲੋਕਾਂ ਨੇ ਵੀ ਬਹੁਤ ਲਾਇਆ। ਹੁਣ ਅਨਾਰ ਦੀ ਫਸਲ ਉੱਗਣ ਨੂੰ 3-4 ਸਾਲ ਲੱਗ ਜਾਂਦੇ ਨੇ, ਚੌਥੇ ਸਾਲ ਜਾ ਕੇ ਉਹ ਫਲ ਦਿੰਦਾ ਚੰਗੀ ਤਰ੍ਹਾਂ। ਹੁਣ ਐਤਕੀ ਇਹ ਹਾਲਾਤ ਹੋ ਗਏ ਕਿ ਮੰਡੀਕਰਨ ਨਾ ਹੋਣ ਕਰਕੇ, ਮੰਡੀਆਂ ਨਾ ਹੋਣ ਕਰਕੇ ਤੇ ਮੰਡੀਕਰਨ ਨਾ ਹੋਣ ਕਰਕੇ, ਤੇ ਸਰਕਾਰ ਦਾ ਕੋਈ ਵੀ ਉੱਥੇ ਸਿਸਟਮ ਨਹੀਂਗਾ। ਐਤਕੀ ਲੋਕਾਂ ਨੇ ਪਸ਼ੂਆਂ ਨੂੰ ਖਿਲਾਇਆ ਅਨਾਰ, ਪਸ਼ੂਆਂ ਨੂੰ।
ਹਾਂਜੀ ਕੱਛ ਭੁਜ ਦੇ ਏਰੀਏ ਦੇ ਵਿੱਚ ਇੰਨੇ ਬੁਰੇ ਹਾਲਾਤ ਨੇ। ਕਿਹੜੀ ਕਿਹੜੀ ਫਸਲ ਉੱਥੇ ਜ਼ਿਆਦਾ ਹੁੰਦੀ ਹੈ? ਉੱਥੇ ਜੀ ਆਮ ਤਾਂ ਇਹ ਨਰਮਾ ਹੁੰਦਾ ਹੈਗਾ ਤੇ ਨਾਲ ਕਣਕ ਹੁੰਦੀ ਹੈ, ਤੇ ਬਾਕੀ ਜਿਹੜੀਆਂ ਬਰਾਨੀ ਮਤਲਬ ਫਸਲਾਂ ਕਹਿ ਲਓ, ਜਿਹੜੀਆਂ ਮਤਲਬ ਤਿਲ ਹੋ ਗਿਆ, ਮੂੰਗਫਲੀ ਹੋ ਗਈ, ਇਹ ਚੀਜ਼ਾਂ ਵੀ ਹੁੰਦੀਆਂ, ਬਟ ਰੇਟ ਨਹੀਂ ਹੈਗਾ, ਮਿਲਦਾ ਹੀ ਨਹੀਂ MSP, ਤਾਂ ਬੀਜ ਕੇ ਕਰੋਗੇ ਕੀ ਤੁਸੀਂ? ਤੇ ਹੁਣ ਉੱਥੇ ਗੁਜਰਾਤ ਦੇ ਵਿੱਚ ਵੀ ਜਿਵੇਂ ਆਪਣੇ ਪੰਜਾਬ ਜਾਂ ਹਰਿਆਣਾ, ਇੱਥੇ ਤਾਂ ਬਹੁਤ ਵਿਰੋਧ ਹੋ ਰਿਹਾ ਇਹਨਾਂ ਕਾਨੂੰਨਾਂ ਦਾ। ਗੁਜਰਾਤ ਦੇ ਕਿਸਾਨ ਇੱਥੇ ਕਿੰਨੇ ਕੁ ਪਹੁੰਚੇ ਨੇ? ਉੱਥੇ ਕੀ ਕੁਝ ਵਿਰੋਧ ਹੋ ਰਿਹਾ ਹੈ ਇਹਨਾਂ ਕਾਨੂੰਨਾਂ ਦਾ? ਇੱਥੇ ਜੀ ਥੋੜੇ ਕਿਸਾਨ ਪਹੁੰਚੇ ਨੇ ਜਿਹੜੇ ਕੁਝ ਹਰਿਆਣੇ ਤੋਂ ਬਿਲੋਂਗ ਕਰਦੇ ਨੇ, ਸਾਨੂੰ ਕੱਲ ਵੀ ਕਈ ਬੰਦੇ ਮਿਲੇ ਆ, ਹੋਰ ਵੀ ਮਿਲੇ ਆ। ਬਾਕੀ ਜਿਵੇਂ ਮੈਂ ਦੱਸ ਚੁੱਕਿਆ ਕਿ ਉੱਥੇ ਆਰਥਿਕ ਮਤਲਬ ਲੋਕ ਇੰਨੇ ਟੁੱਟ ਚੁੱਕੇ ਆ, ਜਿਹੜੇ ਸਪੈਸ਼ਲੀ ਇੱਧਰੋਂ ਗਏ ਵੇ ਕਿਸਾਨ ਆ, ਤੇ ਉਹ ਵਿਚਾਰੇ ਬੋਲਣ ਦੀ ਹਿੰਮਤ ਹੀ ਨਹੀਂ ਰੱਖਦੇਗੇ। ਤੇ ਨਾਲ ਉਹਨਾਂ ਨੇ ਇਹ ਕੀਤਾ ਵੀ, ਹੁਣ ਮੈਂ ਇੱਕ ਐਗਜ਼ਾਮਪਲ ਦਿੰਦਾ ਐ ਕਿ ਸਾਡੇ ਉੱਥੇ ਏਰੀਏ ਦੇ ਵਿੱਚ 1-2 MLA ਕਾਂਗਰਸ ਦੇ ਸੀਗੇ, ਹਾਲਾਂਕਿ ਸਾਡੇ ਵਾਸਤੇ ਪਾਰਟੀਆਂ ਇੱਕੋ ਬਰਾਬਰ ਆ, ਸਭ ਨੂੰ ਕਾਂਗਰਸ BJP ਅਕਾਲੀ ਸਾਰੇ ਇੱਕੋ ਹੀ ਨੇ। ਉਹ MLA ਵੀ ਇਸ ਵਾਰ ਡਰ ਕੇ, ਕਾਂਗਰਸ ਵਾਲੇ ਇਸੇ 10 ਦਿਨ ਪਹਿਲਾਂ BJP 'ਚ ਸ਼ਾਮਲ ਹੋ ਗਏ ਨੇ। ਤਾਂ ਤੁਸੀਂ ਕਿਹਦੇ ਡਰ ਤੋਂ? ਹੁਣ ਹਰੇਕ ਨੂੰ ਸਿਸਟਮ ਨੂੰ ਇੰਡੀਆ 'ਚ ਕੀ ਹੈ ਕਿ ਤੁਹਾਨੂੰ SH ਦੀ ਲੋੜ ਹੈ, ਸਰਪੰਚ ਦੀ ਲੋੜ ਹੈ, ਤਾਂ ਬਾਹਰ ਜਦੋਂ ਬੰਦਾ ਰਹਿੰਦਾ ਪੰਜਾਬ ਤੋਂ, ਤੁਸੀਂ ਬਾਹਰ ਨਿਕਲੋਗੇ ਕਿਵੇਂ ਚੱਕਰ ਤੋਂ? ਕਿਵੇਂ ਵਿਰੋਧ ਕਰੋਗੇ? ਤੁਹਾਨੂੰ ਤਾਂ ਜਦੇ ਪਰਚਾ ਦੇ ਕੇ ਅੰਦਰ ਕਰ ਦੇਣਗੇ। ਇਹਨਾਂ ਦਾ ਨੈਕਸਸ MLA SHO ਤੇ ਸਰਕਾਰ ਦਾ ਇਹ ਜਿਹਾ ਤਗੜਾ ਬਣਿਆ ਹੋਇਆ, ਤੁਹਾਨੂੰ ਬੋਲਣ ਹੀ ਨਹੀਂ ਦਿੰਦੇ। ਕੌਣ? ਇਹ ਤਾਂ ਆਪਣੇ ਕਹਿ ਲਓ ਸਿੱਖਾਂ ਦੀ ਵਿਰਾਸਤ ਹੈ, ਖਾਲਸੇ ਦੀ, ਜਿਹੜੇ ਸੀਸ ਤਲੀ ਤੇ ਧਰ ਕੇ ਇੱਥੇ ਪਹੁੰਚ ਗਏ ਨੇ। ਇੰਡੀਆ 'ਚ ਵੱਧ ਗਰੀਬੀ ਹੈ, ਬਿਹਾਰ UP ਦਾ ਜ਼ਿਆਦਾ ਬੁਰਾ ਹਾਲ ਹੈ। ਮੈਂ ਸਾਰੀ ਸਟੇਟਾਂ ਘੁੰਮਿਆ, ਲੋਕਡਾਊਨ 'ਚ ਮੈਂ ਇੱਕ ਟਰੱਕ ਨਾਲ ਚਲਾ ਗਿਆ, ਮੈਂ ਆਪਣੀ ਅੱਖਾਂ ਨਾਲ ਲੱਖਾਂ ਕੀ ਕਰੋੜਾਂ ਲੋਕ ਰੋਡਾਂ ਤੇ ਜਾਂਦੇ ਦੇਖੇ। ਇੰਨਾ ਤਰਸ ਆਇਆ, 100 ਬੰਦੇ ਨੂੰ ਅਸੀਂ ਟਰੱਕ ਤੇ ਚੜਾ ਕੇ ਲਿਫਟ ਦਿੱਤੀ ਵਿਚਾਰਿਆਂ ਨੂੰ। ਜੋ ਸਾਡੇ ਕੋਲ ਗੱਡੀ 'ਚ ਕੇਲੇ, ਫਰੂਟ ਜਾਂ ਬਿਸਕੁਟ ਸੀ, ਅਸੀਂ ਵਿਚਾਰੇ ਬੱਚਿਆਂ ਨੂੰ ਦਿੱਤੇ। ਪੁਲਿਸ ਵਾਲੇ ਉਹਨਾਂ ਨੂੰ UP 'ਚ MP 'ਚ ਡੰਡੇ ਮਾਰ ਕੇ ਜੰਗਲਾਂ 'ਚ ਧੱਕ ਰਹੇ ਸੀਗੇ ਕਿ ਰੋਡ ਤੇ ਕੋਈ ਮੀਡੀਆ ਵਾਲਾ ਫੋਟੋ ਨਾ ਖਿੱਚ ਲਵੇ। ਉਹ ਹਾਲਾਤ ਦੇਖ ਕੇ ਤਾਂ ਮਤਲਬ ਰੋਣਾ ਨਿਕਲਦਾ ਜਦੋਂ ਉਹ ਲੋਕ, ਉਹ ਗਰੀਬ ਹਿੰਦੂਆਂ ਦੀ ਨਹੀਂ ਸੁਣਦੀ ਇਹ ਸਰਕਾਰ, ਜਿਹੜੀ ਕਹਿੰਦੀ ਅਸੀਂ ਰਾਸ਼ਟਰਵਾਦੀ ਆ ਜਾਂ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਤਾਂ ਹਿੰਦੂਆਂ ਤਾਂ ਸਭ ਤੋਂ ਵੱਡੇ ਦੁਸ਼ਮਣ ਨੇ ਇਹ ਲੋਕਾਂ ਨੂੰ ਗੱਲ ਸਮਝਣੀ ਚਾਹੀਦੀ ਹੈ। ਇਹ ਤਾਂ ਅਸੀਂ ਖਾਲਸੇ ਦੀ ਵਿਰਾਸਤ ਕਰਕੇ, ਸੀਸ ਤਲੀ ਤੇ ਧਰ ਕੇ ਤਾਂ ਲੋਕ ਇੱਥੇ ਇਕੱਠੇ ਹੋਏ ਆ। ਨਹੀਂ, ਲੋਕ ਤਾਂ ਦੁਖੀ ਜ਼ਿਆਦਾ ਸੜ ਤੋਂ ਉਹ ਨੇ, ਪਰ ਵਿਚਾਰਿਆਂ 'ਚ ਹਿੰਮਤ ਨਹੀਂ ਹੈਗੀ ਇੱਥੇ ਖੜਨ ਦੀ। ਪਰ ਉਹ ਇਹਨਾਂ ਕਾਨੂੰਨਾਂ ਦੇ ਬਾਰੇ ਜਾਗਰੂਕਤਾ ਹੈਗੇ ਨੇ, ਅੰਦਰੋਂ ਤਾਂ ਚਾਹੁੰਦੇ ਨੇ ਕਿ ਕਾਨੂੰਨ ਰੱਦ ਹੋਣ। ਬਿਲਕੁਲ ਬਿਲਕੁਲ, ਸਾਰੇ ਲੋਕ ਇਹ ਚਾਹੁੰਦੇ ਨੇ, ਕਿਉਂਕਿ ਇੱਕ ਤਾਂ ਜਿਹੜਾ ਸਰਕਾਰ ਦਾ ਹਿਟਲਰਪਣਾ ਹੈ, ਸਭ ਤੋਂ ਵੱਡੀ ਸਮੱਸਿਆ ਤਾਂ ਉਹ ਹੈ। ਚਲੋ ਰੂਲ ਬਣਾਉਂਦੀ ਹੈ ਸਰਕਾਰ, ਬੈਠ ਕੇ ਕਿਸਾਨਾਂ ਨਾਲ ਗੱਲ ਕਰੋ, ਕਿੱਡੀ ਕੀ ਗੱਲ ਹੈ, ਬੈਠ ਕੇ ਜਿਹੜੇ ਕਿਸਾਨ ਕਹਿੰਦੇ ਉਹ ਬਣਾ ਦਿਓ, ਠੀਕ ਹੈ ਨਾ। ਪਰ ਇਹ ਕਿਉਂਕਿ ਸਾਰੇ ਅਡਾਨੀ ਅੰਬਾਨੀ ਦੇ ਗੁਲਾਮ ਬਣ ਚੁੱਕੇ ਆ। ਜਿਵੇਂ ਤੁਹਾਨੂੰ ਗੁਜਰਾਤ ਦਾ ਐਗਜ਼ਾਮਪਲ ਦਿੱਤਾ, ਜਦੋਂ ਮੈਂ ਉੱਥੇ ਨਿਗਾਹ ਘਮਾਉਣਾ ਹੈ ਆਪਣੀ ਜ਼ਮੀਨ ਦੇ ਆਲੇ ਦੁਆਲੇ, ਮੇਰੀ ਜ਼ਮੀਨ ਤੋਂ ਅੱਧਾ ਕਿਲੋਮੀਟਰ ਤੇ ਅਡਾਨੀ ਦਾ 3000 ਏਕੜਾਂ 'ਚ ਗਊ 'ਚ ਉਹ ਫਾਰਮ ਹੈਗਾ, ਸੋਲਰ ਪਲਾਂਟ ਦਾ। ਔਰ ਉਹ ਪਤਾ ਕਿਹੜੀ ਜ਼ਮੀਨ ਤੇ ਬਣਿਆ? ਇਹ ਕਹਿੰਦੇ ਨਾ ਅਸੀਂ ਗਊ ਪ੍ਰੇਮੀ ਆ। ਸਭ ਤੋਂ ਵੱਡੇ ਗਊ ਦਾ ਦੁਸ਼ਮਣ ਜਿਹੜਾ ਉਹ ਮੋਦੀ ਦਾ ਲਾਣਾ ਹੈਗਾ। ਉਹਦਾ ਕਾਰਨ ਹੈ ਕਿ ਉਹ ਜਿਹੜੀ ਜ਼ਮੀਨ 3000 ਏਕੜ 'ਚ ਬਣਿਆ ਹੋਇਆ ਅਡਾਨੀ ਦੇ ਫਾਰਮ, ਉਹ ਜਿਹੜੀ ਗਊ ਚਰਾਂਦ ਜ਼ਮੀਨ ਸੀ, ਜਿੱਥੇ ਵਿਚਾਰੀਆਂ ਗਊਆਂ ਚਰ ਲੈਂਦੀਆਂ ਸੀਗੀਆਂ ਤੇ ਖੇਤਾਂ ਨੂੰ ਖਰਾਬ ਨਹੀਂ ਸੀ ਕਰਦੀਆਂ, ਉਹਨੇ ਸਾਰੀਆਂ ਜ਼ਮੀਨਾਂ ਹਰ ਤਹਿਸੀਲ 'ਚ ਉੱਥੇ ਜ਼ਮੀਨ ਫ੍ਰੀ ਵਾਂਗੂ ਪੰਚਾਇਤਾਂ ਤੋਂ ਅਡਾਨੀ ਨੂੰ ਦਵਾਤੀ ਧੱਕੇ ਨਾਲ, ਬਿਨਾਂ ਪੰਚਾਇਤਾਂ ਤੋਂ ਮਤੇ ਪਾਸ ਕਰਾਏ। ਤੇ ਸਭ ਤੋਂ ਵੱਡੇ ਤਾਂ ਦੁਸ਼ਮਣ ਨੇ। ਬਿਲਕੁਲ। ਸੋ ਇਹ ਗੁਜਰਾਤ ਦੇ ਵਿੱਚ ਜ਼ਮੀਨ ਹੈ, 50 ਤੋਂ ਲੈ ਕੇ 100 ਏਕੜ ਤੱਕ ਦੋ ਦੋਸਤਾਂ ਨੇ ਜ਼ਮੀਨ ਖਰੀਦੀ, ਪਰ ਹਾਲੇ ਤੱਕ ਜਿਵੇਂ ਇਹਨਾਂ ਨੇ ਹਾਲਾਤ ਦੱਸੇ ਕਿ ਇਹਨਾਂ ਦੇ ਨਾਮ ਹੀ ਜ਼ਮੀਨ ਹੈ ਜਿਹੜੀ ਉਹ ਨਹੀਂ ਚੜ ਸਕੀ, ਕਿ ਬਾਹਰਲੇ ਸੂਬੇ ਦਾ ਕਿਸਾਨ ਉੱਥੇ ਜ਼ਮੀਨ ਖਰੀਦ ਹੀ ਨਹੀਂ ਸਕਦਾ। ਇਹ ਉਦੋਂ ਪਤਾ ਲੱਗਦਾ ਹੈ ਜਦੋਂ ਇਹ ਪ੍ਰੋਸੈਸ ਦੇ ਬਿਲਕੁਲ ਐਂਡ ਦੇ ਵਿੱਚ ਪਹੁੰਚ ਜਾਂਦੇ ਨੇ। ਤੇ 2009 ਦੇ ਵਿੱਚ ਜ਼ਮੀਨ ਖਰੀਦੀ, ਹਾਲੇ ਤੱਕ ਜ਼ਮੀਨ ਦੀ ਮਾਲਕੀ ਇਹਨਾਂ ਦੇ ਹੱਥ ਦੇ ਵਿੱਚ ਨਹੀਂ ਹੈਗੀ। ਤੇ ਜਿਹੜੇ ਉੱਥੋਂ ਦੇ ਕਿਸਾਨਾਂ ਦੇ ਹਾਲਾਤ ਨੇ ਉਹ ਅਸੀਂ ਸਾਰੇ ਸੁਣ ਹੀ ਚੁੱਕੇ ਹਾਂ। ਅਡਾਨੀ ਦਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕਨੈਕਸ਼ਨ ਹੈ, ਉਸ ਦੀ ਚਰਚਾ ਹੁੰਦੀ ਰਹਿੰਦੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ, ਤਾਂ ਅਡਾਨੀ ਜਿਹੜਾ ਕਿ ਕਾਰਪੋਰੇਟ ਨਾਮ ਹੈ ਵੱਡਾ, ਗੁਜਰਾਤ ਦਾ ਹੀ ਰਹਿਣ ਵਾਲਾ ਹੈ, ਤਾਂ ਉਦੋਂ ਕਹਿੰਦੇ ਨਰਿੰਦਰ ਮੋਦੀ ਨੇ ਜਿਹੜੇ ਉਹ ਗੁਜਰਾਤ ਤੋਂ ਦਿੱਲੀ ਤੱਕ ਅਡਾਨੀ ਦੇ ਹੀ ਨਿੱਜੀ ਜੈਟ ਦੇ ਵਿੱਚ ਬਹਿ ਕੇ ਆਏ ਸੀ। ਤੇ ਫਿਰ ਇਸੇ ਕਰਕੇ ਤਾਂ ਚਰਚਾਵਾਂ ਹੁੰਦੀਆਂ ਨੇ ਕਿ ਸਾਡੇ ਮੁਲਕ ਦੀ ਜਿਹੜੀ ਸਰਕਾਰ ਹੈ, ਸਾਡੇ ਮੁਲਕ ਦਾ ਰਾਜਾ ਹੈ, ਉਸ ਦੇ ਸਿੱਧੇ ਸੰਬੰਧ ਨੇ ਕਾਰਪੋਰੇਟ ਘਰਾਣਿਆਂ ਦੇ ਨਾਲ। ਤੇ ਅੱਜ ਕਿਰਤੀ ਹੈ ਜਿਹੜਾ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਰੋਲ ਰਿਹਾ, ਜਿਸ ਦੀ ਸੁਣਵਾਈ ਹੈ ਜਿਹੜੀ ਉਹ ਨਹੀਂ ਹੋ ਰਹੀ। ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ TV ਲਈ ਸਿੰਘੂ ਬਾਰਡਰ ਤੋਂ ਖਾਸ ਰਿਪੋਰਟ।